ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦੀ 7ਵੀਂ ਪੌੜੀ ਤੋਂ ਵਿਆਖਿਆ ਸਰਵਣ ਕਰੋ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਆਪ ਉਪਦੇਸੈ ਸਮਝੈ ਆਪ। ਸਭ ਕੁਛ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕਿਤੇ ਤਾਂ ਉਹ ਵਾਹਿਗੁਰੂ ਗੁਰੂ ਸਰੂਪ ਹੋ ਕੇ ਉਪਦੇਸ਼ ਬਖਸ਼ਦਾ ਹੈ, ਤੇ ਕਿਤੇ ਉਹੀ ਵਾਹਿਗੁਰੂ ਆਪ ਹੀ ਸਿੱਖ ਰੂਪ ਹੋ ਕੇ ਗੁਰੂ ਸਾਹਿਬ ਜੀ ਦੇ ਦੁਆਰਾ ਦਿੱਤੇ ਗਏ ਉਪਦੇਸ਼ ਨੂੰ ਸਮਝਦਾ ਹੈ, ਆਪਣੀ ਜ਼ਿੰਦਗੀ ਦੇ ਵਿੱਚ ਕਮਾਉਂਦਾ ਹੈ। ਆਪ ਹੀ ਹੈ ਗੁਰੂ ਰੂਪ ਹੋ ਕੇ ਉਪਦੇਸ਼ ਕਰਨ ਵਾਲਾ ਵੀ ਆਪ ਹੀ ਹੈ ਵਾਹਿਗੁਰੂ। ਸਿੱਖ ਹੋ ਕੇ ਉਪਦੇਸ਼ ਸਰਵਣ ਕਰਕੇ ਉਸ ਦੀ ਕਮਾਈ ਕਰਨ ਵਾਲਾ ਵੀ ਆਪ ਹੀ ਹੈ। ਆਪੇ ਰਚਿਆ ਸਭ ਕੈ ਸਾਥ। ਉਹ ਸਾਰਿਆਂ ਦੇ ਨਾਲ ਆਪ ਹੀ ਵਾਹਿਗੁਰੂ ਮਿਲਿਆ ਹੋਇਆ, ਸਾਰਿਆਂ ਦੇ ਵਿੱਚ ਆਪ ਹੀ ਉਹਨੇ ਆਪਣੀ ਜੋਤ ਧਰੀ ਹੋਈ ਹੈ। ਸਾਰਿਆਂ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਹੈ। ਆਪ ਕੀਨੋ ਆਪਨ ਵਿਸਥਾਰ। ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਆਪਣਾ ਵਿਸਤਾਰ ਕੀਤਾ। ਆਪਾਂ ਇੱਕ ਬਚਨ ਪੜ੍ਹਦੇ ਹਾਂ ਨਾ, ਸੁਖਮਨ ਚੌਪਈ ਸਾਹਿਬ ਦਾ, ਜਬ ਉਦ ਕਰਖ ਕਰਾ ਕਰ ਤਾਰਾ। ਜਦੋਂ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਰਚਨਾ ਹੁੰਦਾ ਨਾ, ਆਪ ਹੀ ਵਾਹਿਗੁਰੂ ਅਨੇਕਾਂ ਸਰੂਪ ਧਾਰਨ ਕਰ ਲੈਂਦਾ। ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ। ਜਦੋਂ ਵਾਹਿਗੁਰੂ ਆਪਣੇ ਪਸਾਰੇ ਨੂੰ, ਫੈਲਾਏ ਹੋਏ ਨੂੰ ਜਦੋਂ ਆਪਣੇ ਵਿੱਚ ਮੇਲਦਾ ਨਾ, ਖਿੱਚਦਾ, ਤੇ ਸਾਰੇ ਜਿੰਨੇ ਵੀ ਜੀਵ ਨੇ, ਜਿਨ੍ਹਾਂ ਨੇ ਵੀ ਦੇਹਾਂ ਧਾਰੀਆਂ ਹੋਈਆਂ ਨੇ, ਉਹ ਸਭ ਉਸੇ ਵਾਹਿਗੁਰੂ ਦੇ ਵਿੱਚ ਆ ਕੇ ਮਿਲ ਜਾਂਦੇ। ਤੇ ਫਿਰ ਵਾਹਿਗੁਰੂ ਇਕੱਲਾ ਹੀ ਰਹਿ ਜਾਂਦਾ, ਫਿਰ ਆਪ ਹੀ ਰਹਿ ਜਾਂਦਾ। ਤੇ ਜਦੋਂ ਦਾ ਜੀ ਕਰਦਾ ਪਸਾਰਾ ਪਸਾਰ ਦਿੰਦਾ, ਫਿਰ ਅਨੇਕ ਰੂਪ ਹੋ ਜਾਂਦਾ। ਤੇ ਜਦੋਂ ਵਾਹਿਗੁਰੂ ਚਾਹੁੰਦਾ ਸਾਰੇ ਪਸਾਰੇ ਨੂੰ ਇਕੱਠਾ ਕਰਕੇ ਆਪਣੇ ਵਿੱਚ ਹੀ ਲੁਕੋ ਲੈਂਦਾ, ਤੇ ਉਦੋਂ ਫਿਰ ਵਾਹਿਗੁਰੂ ਇੱਕੋ ਹੀ ਰਹਿ ਜਾਂਦਾ। ਇਸ ਤਰ੍ਹਾਂ ਵਾਹਿਗੁਰੂ ਆਪ ਹੀ ਆ ਸਾਰੇ ਪਾਸੇ। ਆਪ ਕੀਨੋ ਆਪਨ ਵਿਸਥਾਰ। ਆਪਣਾ ਵਿਸਤਾਰ ਉਸਨੇ ਆਪ ਹੀ ਕੀਤਾ ਹੋਇਆ ਹੈ। ਇਹ ਸਭ ਜਗਤ ਉਸੇ ਦਾ ਹੀ ਸਰੂਪ ਆ। ਮਹਾਰਾਜ ਕਹਿਣ ਲੱਗੇ, ਸਭ ਕੱਛ ਉਸਕਾ ਉਹ ਕਰਨਾ ਹਾਰ। ਆ ਸਭ ਕੁਛ ਉਸੇ ਵਾਹਿਗੁਰੂ ਦਾ ਹੀ ਤਾਂ ਹੈ। ਉਹ ਆਪ ਹੀ ਸਭ ਕੁਝ ਕਰਨ ਵਾਲਾ, ਪੈਦਾ ਆਪ ਹੀ ਸਭ ਕੁਝ ਰਚਣ ਵਾਲਾ। ਉਸ ਤੇ ਭਿੰਨ ਕਹੋ ਕਿਛ ਹੋਏ। ਮਹਾਰਾਜ ਕਹਿੰਦੇ, ਦੱਸੋ ਤਾਂ ਉਸ ਵਾਹਿਗੁਰੂ ਤੋਂ ਵੱਖਰਾ ਹੋ ਕੇ, ਲਹਿਦਾ ਹੋ ਕੇ ਕੁਝ ਹੋ ਸਕਦਾ ਦੁਨੀਆ ਦੇ ਉੱਤੇ? ਕੋਈ ਚੀਜ਼ ਉਸ ਵਾਹਿਗੁਰੂ ਤੋਂ ਲਹਿਦੀ ਵੱਖਰੀ ਹੋ ਸਕਦੀ ਹੈ? ਜੋ ਉਸ ਵਾਹਿਗੁਰੂ ਤੋਂ ਵੱਖਰੀ ਹੋ ਗਈ ਉਹ ਤਾਂ ਨਾਸ ਹੈ। ਉਸ ਵਾਹਿਗੁਰੂ ਤੋਂ ਕੋਈ ਵੱਖਰਾ ਨਹੀਂ ਹੋ ਸਕਦਾ। ਉਸ ਵਾਹਿਗੁਰੂ ਤੋਂ ਕੋਈ ਪਾਸੇ ਨਹੀਂ ਹੋ ਸਕਦਾ। ਅੱਗੇ ਮਹਾਰਾਜ ਬਚਨ ਕਰਦੇ ਹਨ, ਥਾਨ ਥਨੰਤਰ ਏਕੈ ਸੋਏ। ਥਾਵਾਂ ਥਾਵਾਂ ਦੇ ਅੰਦਰ ਤੇ ਉਹਨਾਂ ਥਾਵਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਹਨ, ਉਹਨਾਂ ਸਾਰਿਆਂ ਦੇ ਵਿੱਚ ਆਪ ਹੀ ਆ ਵਾਹਿਗੁਰੂ। ਆਪਣੇ ਚਲਿਤ ਆਪ ਕਰਨਾ ਹਾਰ। ਆਪਣੇ ਕੌਤਕਾਂ ਨੂੰ, ਆਪਣੇ ਚਰਿੱਤਰਾਂ ਨੂੰ ਵਾਹਿਗੁਰੂ ਆਪ ਹੀ ਕਰਨ ਵਾਲਾ। ਆਪਣੇ ਕੌਤਕਾਂ ਨੂੰ ਆਪ ਹੀ ਵਾਹਿਗੁਰੂ ਕਰ ਰਿਹਾ ਸਾਰਿਆਂ ਨੂੰ। ਫਿਰ ਮਹਾਰਾਜ ਕਹਿਣ ਲੱਗੇ, ਕੌਤਕ ਕਰੈ ਰੰਗ ਆਪਾਰ। ਅਨੇਕਾਂ ਰੰਗਾਂ ਦੇ ਕੌਤਕ ਕਰ ਰਿਹਾ ਵਾਹਿਗੁਰੂ। ਕਿਤੇ ਕੋਈ ਕੌਤਕ ਕਰ ਰਿਹਾ, ਕਿਤੇ ਕੋਈ ਕੌਤਕ ਕਰ ਰਿਹਾ। ਉਹਦੀ ਖੁਸ਼ੀ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਜੀ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਰਾਜਾ ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਉਹ ਵਾਹਿਗੁਰੂ ਆਪ ਹੀ ਹੈ। ਕਿਤੇ ਵਾਹਿਗੁਰੂ ਐਸੀ ਖੇਡ ਖੇਡਦਾ, ਵੱਡੇ ਵੱਡੇ ਵਿਦਵਾਨ ਅਖਵਾਉਣ ਵਾਲੇ ਉਹਨਾਂ ਨੂੰ ਮੂਰਖ ਬਣਾ ਦਿੰਦਾ। ਤੇ ਕਿਤੇ ਵੱਡੇ ਵੱਡੇ ਜਿਹੜੇ ਮੂਰਖ ਨੇ, ਉਹਨਾਂ ਤੇ ਐਸੀ ਕਿਰਪਾ ਕਰਦਾ ਵਾਹਿਗੁਰੂ, ਉਹਨਾਂ ਨੂੰ ਵਿਦਵਾਨ ਬਣਾ ਦਿੰਦਾ ਪਲ ਦੇ ਵਿੱਚ। ਕਿਤੇ ਤਾਂ ਵਾਹਿਗੁਰੂ ਧਰਤੀ ਤੇ ਆਕਾਸ਼ ਚੜਾਵੇ, ਕਿਤੇ ਤਾਂ ਮਹਾਰਾਜ ਬੰਦੇ ਨੂੰ ਇੰਨੀ ਵਡਿਆਈ ਬਖਸ਼ ਦਿੰਦਾ ਕਿ ਫਰਸ਼ ਤੋਂ ਅਰਸ਼ 'ਚ ਲੈ ਜਾਂਦਾ, ਧਰਤੀ ਤੋਂ ਆਕਾਸ਼ ਤੱਕ ਲੈ ਜਾਂਦਾ, ਮਤਲਬ ਬਹੁਤਾ ਉੱਚਾ ਚੱਕ ਦਿੰਦਾ। ਤੇ ਜੇ ਕੋਈ ਬੰਦਾ ਉਹ ਫਿਰ ਉੱਚਾ ਹੋ ਕੇ ਹੰਕਾਰ ਕਰ ਬੈਠਦਾ, ਤੇ ਉਹ ਵਾਹਿਗੁਰੂ ਉਸ ਨੂੰ ਨੀਵਾਂ ਕਰਦੇ ਵੀ ਛਿੰਨ ਨਹੀਂ ਲਾਉਂਦਾ ਵਾਹਿਗੁਰੂ। ਆਪਣੇ ਕੌਤਕ ਵਾਹਿਗੁਰੂ ਆਪ ਹੀ ਕਰਨ ਵਾਲਾ, ਤੇ ਉਹਨਾਂ ਨੂੰ ਦੇਖ ਦੇਖ ਕੇ ਆਨੰਦ ਲੈਂਦਾ ਵਾਹਿਗੁਰੂ।
ਕੌਤਕ ਕਰੈ ਰੰਗ ਆਪਾਰ, ਅਨੇਕਾਂ ਰੰਗਾਂ ਦੇ ਕੌਤਕ ਵਾਹਿਗੁਰੂ ਕਰਦਾ। ਮਨ ਮਹਿ ਆਪ ਮਨ ਆਪਣੇ ਮਾਹੇ, ਮਨ ਇਹ ਜਿਹੜਾ ਜੀਵ ਹੈ, ਇਸ ਜੀਵ ਦੇ ਵਿੱਚ ਵਾਹਿਗੁਰੂ ਆਪ ਵਸਿਆ ਹੋਇਆ। ਮਨ ਆਪਣੇ ਮਾਹੇ, ਤੇ ਇਸ ਜੀਵ ਨੂੰ ਉਸ ਵਾਹਿਗੁਰੂ ਨੇ ਆਪਣੇ ਵਿੱਚ ਮੇਲਿਆ ਹੋਇਆ। ਜਿਵੇਂ ਉਦਾਹਰਨ ਵਜੋਂ ਜਿਵੇਂ ਦਰਖਤ ਹੈ, ਦਰਖਤ ਬੀਜ ਦੇ ਵਿੱਚ ਮਿਲਿਆ ਤੇ ਬੀਜ ਦਰਖਤ ਦੇ ਵਿੱਚ ਮਿਲਿਆ ਹੋਇਆ। ਮਤਲਬ ਦਰਖਤ ਦੇ ਵਿੱਚ ਬੀਜ ਆ ਤੇ ਬੀਜ ਦੇ ਵਿੱਚ ਹੀ ਦਰਖਤ ਆ, ਵੱਖਰੇ ਨਹੀਂ ਹੈਗੇ। ਜੇ ਬੀਜ ਨੂੰ ਆਪਾਂ ਧਰਤੀ 'ਚ ਜਦੋਂ ਬੀਜਦੇ ਆ ਤੇ ਫਿਰ ਹੌਲੀ ਹੌਲੀ ਉਹਦੇ ਵਿੱਚ ਅੰਕੁਰ ਫੁੱਟਦਾ, ਫਿਰ ਉਹ ਦਰਖਤ ਬਣ ਜਾਂਦਾ, ਫਿਰ ਉਸ ਦਰਖਤ ਦੇ ਨਾਲ ਫੁੱਲ ਲੱਗਦੇ ਹੈ ਤੇ ਫੁੱਲਾਂ ਤੋਂ ਬਾਅਦ ਫਲ ਲੱਗ ਜਾਂਦਾ ਹੈ, ਤੇ ਫਲਾਂ ਦੇ ਵਿੱਚ ਬੀਜ ਜਿਹੜਾ ਹੁੰਦਾ, ਉਸ ਬੀਜ ਦੇ ਵਿੱਚ ਹੀ ਉਹ ਸਾਰਾ ਦਰਖਤ ਛੁਪਿਆ ਹੁੰਦਾ। ਫਿਰ ਦੇਖ ਲਓ ਕਿੱਡੇ ਕਿੱਡੇ ਦਰਖਤ ਨੇ, ਉਹਨਾਂ ਦੇ ਬੀਜ ਕਈਆਂ ਦੇ ਤਾਂ ਜਿਹੜਾ ਬੋਹੜ ਦਾ ਦਰਖਤ ਕਿੱਡਾ ਵੱਡਾ, ਦੇਖ ਰਾਈ ਦੇ ਦਾਣੇ ਕਿ ਜਿੰਨਾ ਇਹਦਾ ਬੀਜ ਹੁੰਦਾ। ਫਿਰ ਉਸ ਛੋਟੇ ਬੀਜ ਦੇ ਵਿੱਚ ਦੇਖ ਲਓ, ਉਹ ਕਹਿੰਦੇ ਨੇ ਬਟਕ ਬੀਜ ਮਹਿ ਰਵ ਰਹੇ ਹੋ ਜਾ ਕੋ ਤੀਨ ਲੋਕ ਵਿਸਥਾਰ, ਉਸ ਛੋਟੇ ਬੀਜ ਦੇ ਵਿੱਚ ਦੇਖ ਲਓ ਕਿੱਡਾ ਬੋਹੜ ਦਾ ਦਰਖਤ ਛਿਪਿਆ ਹੋਇਆ, ਤੇ ਉਸ ਬੋਹੜ ਦੇ ਦਰਖਤ ਦੇ ਵਿੱਚ ਬੀਜ। ਮਤਲਬ ਇਸੇ ਤਰ੍ਹਾਂ ਸਮਝ ਲਓ, ਇਹ ਨਹੀਂ ਕੋਈ ਕਹਿ ਸਕਦਾ ਵੀ ਬੀਜ ਵੱਖਰਾ ਹੈ ਦਰਖਤ ਤੋਂ ਜਾਂ ਦਰਖਤ ਬੀਜ ਤੋਂ ਵੱਖਰਾ, ਕਹਿ ਨਹੀਂ ਸਕਦੇ। ਇਸੇ ਤਰ੍ਹਾਂ ਇਹ ਜੀਵ ਹੈ ਜਿਹੜਾ, ਇਸ ਜੀਵ ਦੇ ਵਿੱਚ ਵਾਹਿਗੁਰੂ ਆਪ ਵਸਿਆ ਹੋਇਆ, ਤੇ ਫਿਰ ਇਸ ਜੀਵ ਨੂੰ ਵਾਹਿਗੁਰੂ ਨੇ ਆਪਣੇ ਵਿੱਚ ਮਿਲਾਇਆ ਹੋਇਆ। ਆਪ ਇਸ ਜੀਵ 'ਚ ਮਿਲਿਆ ਹੋਇਆ ਤੇ ਜੀਵ ਨੂੰ ਆਪਣੇ ਵਿੱਚ ਮਿਲਿਆ ਹੋਇਆ। ਦਰਖਤ ਦੀ ਨੇ ਜਿਵੇਂ ਬੀਜ ਵਿੱਚ ਦਰਖਤ ਹੈ ਤੇ ਦਰਖਤ ਵਿੱਚ ਬੀਜ ਹੈ। ਅੱਗੇ ਮਹਾਰਾਜ ਕਹਿੰਦੇ ਨਾਨਕ ਕੀਮਤ ਕਹਿਣ ਨਾ ਜਾਏ, ਉਸ ਵਾਹਿਗੁਰੂ ਦੀ ਕੀਮਤ ਨਹੀਂ ਕੋਈ ਕਹਿ ਸਕਦਾ। ਉਹ ਮਹਾਰਾਜ ਦੇ ਬਚਨ ਨਾ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਉਹਨੂੰ ਕੋਈ ਸੋਨੇ ਚਾਂਦੀ ਦੇ ਵੱਟੇ, ਧਨ ਦੇ ਵੱਟੇ ਨਹੀਂ ਲੈ ਸਕਦਾ। ਜੇ ਕੋਈ ਕਵੇ ਨਾ ਵੀ ਮੈਂ ਸੋਨੇ ਚਾਂਦੀ ਦੇ ਬਦਲੇ ਉਸ ਪਰਮਾਤਮਾ ਨੂੰ, ਨਾ ਬਿਲਕੁਲ ਵੀ ਨਹੀਂ। ਉਹਦੇ ਅੱਗੇ ਤਾਂ ਆਪਣੇ ਮਨ ਨੂੰ ਭੇਟ ਕਰਨਾ ਪੈਂਦਾ, ਆਪਣੇ ਮਨ ਦੀ ਮਤ ਨੂੰ ਤਿਆਗਣਾ ਪੈਂਦਾ, ਹੋਰ ਕੁਝ ਨਹੀਂ। ਮਨ ਦੀ ਜਦੋਂ ਬੰਦਾ ਮਤ ਤਿਆਗ ਦਿੰਦਾ ਤੇ ਗੁਰੂ ਦੀ ਮਤ ਜਦੋਂ ਧਾਰਨ ਕਰ ਲੈਂਦਾ, ਉਸ ਵਾਹਿਗੁਰੂ ਪਰਮਾਤਮਾ ਆਣ ਪ੍ਰਾਪਤ ਹੁੰਦਾ। ਇਹਦੀ ਕੋਈ ਕੀਮਤ ਨਹੀਂ ਹੈ ਵੀ ਜੇ ਕੋਈ ਕਹਿ ਦੇਵੇ ਵੀ ਇੰਨੀ ਕੀਮਤ ਹੈ, ਜਾਂ ਇਉਂ ਕਹਿ ਲਓ ਵੀ ਤੁਸੀਂ ਬੰਦਾ ਇੰਨੀ ਭਗਤੀ ਕਰੂ, ਇੰਨੇ ਸਾਧਨ ਕਰੂਗਾ ਤੇ ਰੱਬ ਮਿਲ ਜੂਗਾ, ਤਾਂ ਫਿਰ ਕੀਮਤ ਹੋ ਗਈ ਨਾ ਉਹਦੀ। ਨਹੀਂ, ਉਹਦੀ ਕੋਈ ਕੀਮਤ ਨਹੀਂ। ਅੱਗੇ ਮਹਾਰਾਜ ਕਹਿੰਦੇ ਵਾਹਿਗੁਰੂ ਕੈਸਾ ਸਤ 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 ਪ੍ਰਭ ਸੁਆਮੀ। ਇਸ ਗੱਲ ਨੂੰ ਨਿਸ਼ਚੈ ਕਰਕੇ ਜਾਣ ਲਓ ਕਿ ਉਹ ਵਾਹਿਗੁਰੂ ਤਿੰਨਾਂ ਲੋਕਾਂ ਦੇ ਵਿੱਚ ਉਹ ਸਤ ਸੀ ਤੇ ਸਤ ਰਹੇਗਾ ਤੇ ਹੁਣ ਸਤ ਹੈ। ਮਤਲਬ ਉਹਦਾ ਨਾਸ ਨਹੀਂ, ਨਾ ਉਹਦਾ ਕਦੇ ਪਹਿਲਾਂ ਨਾਸ ਹੋਣਾ ਸੀ, ਨਾ ਹੁਣ ਨਾਸ ਹੋਊਗਾ ਤੇ ਨਾ ਅੱਗੇ ਤੋਂ ਹੋਣਾ। ਮਹਾਰਾਜ ਕਹਿੰਦੇ ਐਸਾ ਹੋ ਵਾਹਿਗੁਰੂ ਗੁਰ ਪ੍ਰਸਾਦ ਕਿਨੈ ਵਖਿਆਨੀ। ਇਹ ਗੱਲ ਵੀ ਕਿਸੇ ਵਿਰਲੇ ਹੀ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਖੀ ਆ, ਦੱਸੀ ਹੈ ਕਿ ਉਹ ਪਰਮਾਤਮਾ ਸਤ ਸਰੂਪ ਹੈ। ਅੱਗੇ ਮਹਾਰਾਜ ਕਹਿਣ ਲੱਗੇ, ਦੇਖੋ ਬੰਦਾ ਮਰ ਜਾਂਦਾ ਪਰ ਬੰਦੇ ਦੇ ਅੰਦਰ ਜਿਹੜੀ ਉਸ ਵਾਹਿਗੁਰੂ ਦੀ ਜੋਤ ਆ ਉਹ ਤਾਂ ਨਹੀਂ ਨਾ ਮਰਦੀ ਕਦੇ। ਉਹ ਤਾਂ ਫਿਰ ਵਾਸ਼ਨਾ ਦੇ ਅਨੁਸਾਰ ਹੋਰ ਕੋਈ ਸਰੀਰ ਧਾਰਨ ਕਰ ਲੈਂਦਾ, ਉਹਦਾ ਨਹੀਂ ਕਦੇ ਵੀ ਨਾਸ ਹੁੰਦਾ ਪਰਮਾਤਮਾ ਦਾ। ਅੱਗੇ ਮਹਾਰਾਜ ਕਹਿਣ ਲੱਗੇ ਸੱਚ 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 ਸਭ ਕੀਨਾ। ਸੱਚ ਨਿਸ਼ਚੈ ਕਰਕੇ ਇਸ ਗੱਲ ਨੂੰ ਜਾਣ ਲਓ ਕਿ ਉਸ ਸੱਚ ਸਰੂਪ ਵਾਹਿਗੁਰੂ ਨੇ ਜੋ ਵੀ ਕੁਝ ਕੀਤਾ ਉਹ ਸਭ ਸੱਚ ਸਰੂਪ ਹੀ ਹੈ। ਕਿਵੇਂ? ਜਿਸ ਪ੍ਰਕਾਰ ਇਹ ਥੋੜਾ ਜਿਹਾ ਗੁੰਝਲਦਾਰ ਹੈ, ਇਹ ਬਚਨ ਥੋੜੇ ਜਿਹੇ ਗੁੰਝਲਦਾਰ ਨੇ, ਪਰ ਜੇ ਕੋਈ ਧਿਆਨ ਦੇ ਨਾਲ ਸਮਝੇ ਤੇ ਸਮਝ ਆ ਜਾਏਗੀ। ਉਹ ਵਾਹਿਗੁਰੂ ਨਿਸ਼ਚੈ ਕਰਕੇ ਜਾਣ ਲਓ ਕਿ ਸੱਚ ਸਰੂਪ ਨੇ ਜੋ ਵੀ ਕੁਝ ਬਣਾਇਆ ਉਹ ਸੱਚ ਹੀ ਹੈ। ਮਤਲਬ ਜਿਵੇਂ ਦੇਖੋ ਪਾਣੀ ਤੋਂ ਲਹਿਰ ਪੈਦਾ ਹੁੰਦੀ ਹੈ, ਪਾਣੀ ਤੋਂ ਬੁਲਬੁਲੇ ਬਣਦੇ, ਬੁਲਬੁਲੇ ਬਣ ਕੇ ਵੀ ਉਹ ਪਾਣੀ ਹੀ ਰਹਿੰਦੇ ਆ। ਜਿਹੜੀ ਲਹਿਰ ਹੈ ਦੇਖ ਲਓ ਪਾਣੀ ਤੋਂ ਹੀ ਪੈਦਾ ਹੁੰਦੀ ਹੈ ਨਾ, ਪਰ ਪਾਣੀ ਤੋਂ ਪੈਦਾ ਹੋਣ ਦੇ ਬਾਵਜੂਦ ਉਹ ਭਾਵਾਂ ਲਹਿਰ ਹੈ ਪਰ ਹੈ ਤਾਂ ਪਾਣੀ ਹੀ ਹੈ ਨਾ। ਚਲੋ ਦੂਜੀ ਉਦਾਹਰਨ ਲਾ ਲਓ, ਮੰਨ ਲਓ ਜਿਹੜੀ ਮਿੱਟੀ ਹੈ, ਮਿੱਟੀ ਤੋਂ ਅਨੇਕਾਂ ਖਿਡੌਣੇ ਬਣ ਜਾਂਦੇ, ਉਹਦੇ ਤੋਂ ਚਿੜੀ ਵੀ ਬਣਾ ਲੈਂਦੇ ਆ, ਕਾਂ ਬਣਾ ਲੈਂਦੇ ਆ, ਭਾਂਡੇ ਬਣਾ ਲਈਦੇ, ਪਰ ਆਖਰ ਨੂੰ ਹੈ ਤਾਂ ਮਿੱਟੀ ਹੋਈ ਨਾ। ਉਹ ਭਾਂਡੇ ਬਣਨ ਦੇ ਬਾਵਜੂਦ ਵੀ ਮਿੱਟੀ ਹੋਈ ਰਹਿੰਦੀ ਹੈ। ਬੇਸ਼ੱਕ ਉਹ ਦੇਖਣ 'ਚ ਲੱਗਦੇ ਭਾਂਡੇ ਆ ਪਰ ਹੈ ਤਾਂ ਮਿੱਟੀ ਹੋਈ ਹੈ ਨਾ।
ਇਸੇ ਤਰ੍ਹਾਂ ਦੇਖਣ 'ਚ ਆਪਾਂ ਸਾਰੇ ਲੱਗਦੇ ਹਾਂ ਜੀਵ, ਕੋਈ ਕਾਲੇ ਰੰਗ ਦਾ, ਕੋਈ ਗੋਰੇ ਰੰਗ ਦਾ, ਕੋਈ ਲੰਬਾ, ਕੋਈ ਮਧਰਾ, ਕੋਈ ਕਿੱਦਾਂ ਦਾ, ਪਰ ਹੈ ਤਾਂ ਸਾਰੇ ਉਸ ਪਰਮਾਤਮਾ ਦਾ ਹੀ ਸਰੂਪ ਨੇ ਨਾ, ਉਹਦੇ ਤੋਂ ਹੀ ਪੈਦਾ ਹੋਏ ਨੇ। ਜਿਵੇਂ ਲਹਿਰ ਪਾਣੀ ਚੋਂ ਪੈਦਾ ਹੋ ਕੇ ਵੀ ਪਾਣੀ ਰੂਪੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਸਾਰਾ ਜਗਤ ਉਸ ਵਾਹਿਗੁਰੂ ਚੋਂ ਹੀ ਪੈਦਾ ਹੋਇਆ ਤੇ ਉਸੇ ਦਾ ਹੀ ਸਰੂਪ ਆ। ਇਸ ਕਰਕੇ ਉਸੇ ਦਾ ਸਰੂਪ ਹੋਣ ਕਰਕੇ ਸਭ ਸੱਚ ਹੀ ਹੈ, ਕੁਝ ਝੂਠ ਨਹੀਂ ਹੈਗਾ। ਮਹਾਰਾਜ ਇਹ ਉਸੇ ਨੇ ਪੈਦਾ ਕੀਤਾ ਹੈ। ਹੋ ਸਕਦਾ ਆਪ ਜੀ ਨੂੰ ਸਮਝ ਆ ਗਈ ਹੋਵੇ, ਜਿਹਨੂੰ ਨਹੀਂ ਆਊਗੀ ਤੇ ਮੈਨੂੰ ਪੁੱਛ ਲਿਓ। ਅੱਗੇ ਮਹਾਰਾਜ ਬਚਨ ਕਰਦੇ ਆ, ਕੋਟ ਮੱਧੇ ਕਿੰਨੇ ਵਿਰਲੇ ਚੀਨਾ, ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਇਸ ਗੱਲ ਨੂੰ ਜਾਣਿਆ ਸਮਝਿਆ। ਹੁਣ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਉਸ ਵਾਹਿਗੁਰੂ ਨੂੰ ਜੋ ਵੀ ਕੁਝ ਕੀਤਾ ਉਹ ਸੱਚ ਸਰੂਪ ਹੀ ਹੈ। ਇਸ ਗੱਲ ਨੂੰ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਇਸ ਗੱਲ ਨੂੰ ਸਮਝਿਆ। ਇਹਦਾ ਮਤਲਬ ਆਪਾਂ ਜਿੰਨੇ ਸੁਣਾਂਗੇ ਬਚਨ, ਉਹਨਾਂ ਵਿੱਚੋਂ ਕੋਈ ਵਿਰਲਾ ਹੀ ਹੋਊਗਾ ਵੀ ਜਿਹੜਾ ਇਸ ਗੱਲ ਨੂੰ ਸਮਝ ਸਕੂਗਾ ਨਾ। ਇਸ ਗੱਲ ਨੂੰ ਕਿਸੇ ਵਿਰਲੇ ਨਹੀਂ ਜਾਣਿਆ ਕਿ ਸਭ ਵਾਹਿਗੁਰੂ ਹੀ ਹੈ, ਉਸ ਤੋਂ ਦੂਜਾ ਹੈ ਹੀ ਕੋਈ ਨਹੀਂ ਹੈਗਾ। ਇਸ ਕਰਕੇ ਉਸੇ ਦਾ ਸਰੂਪ ਹੋਣੇ ਕਰਕੇ ਸਭ ਸਾਥੀ ਹੈ। ਅੱਗੇ ਕਹਿੰਦੇ ਭਲਾ 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 ਤੇਰਾ ਰੂਪ ਹੈ ਵਾਹਿਗੁਰੂ, ਤੇਰਾ ਸਰੂਪ ਹੈ ਨਾ ਜਿਹੜਾ ਭਲਿਆਂ ਦੇ ਵਿੱਚ ਉਹ ਭਲਾ ਸਰੂਪ ਹੈ। ਕੋਈ ਕਿਸੇ ਦਾ ਸਰੂਪ ਭਲਾ ਕਹਿੰਦਾ, ਕੋਈ ਕਿਸੇ ਦਾ, ਕੋਈ ਕਿਸੇ, ਪਰ ਸਾਰਿਆਂ ਭਲਿਆਂ ਦੇ ਵਿੱਚੋਂ ਭਲਾ ਸਰੂਪ ਤਾਂ ਵਾਹਿਗੁਰੂ ਤੇਰਾ ਹੀ ਹੈ। ਅਤ ਸੁੰਦਰ ਅਪਾਰ ਅਨੂਪ ਤੇ ਅਤਿਅੰਤ ਸੁੰਦਰ ਹੈ ਤੇਰਾ ਸਰੂਪ ਹੈ ਵਾਹਿਗੁਰੂ ਜਿਹੜਾ। ਉਪਮਾ ਹੀ ਨਹੀਂ ਉਸ ਦੀ ਕੋਈ, ਉਪਮਾ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ, ਐਸਾ ਤੇਰਾ ਸੁੰਦਰ ਸਰੂਪ ਹੈ ਵਾਹਿਗੁਰੂ। ਜਿਹੜਾ ਉਸ ਸਰੂਪ ਦੇ ਇੱਕ ਵਾਰ ਦਰਸ਼ਨ ਕਰ ਲੈਂਦਾ, ਫਿਰ ਉਹਦੇ ਨਿਗਾਹ 'ਚ ਨਾ ਹੋਰ ਦੁਨੀਆ ਦੀ ਕੋਈ ਸੁੰਦਰਤਾ ਵਾਲੀ ਚੀਜ਼ ਦੇਖਣ ਯੋਗ ਰਹਿ ਹੀ ਨਹੀਂ ਜਾਂਦੀ। ਜਦੋਂ ਕੋਈ ਵਾਹਿਗੁਰੂ ਦਾ ਸਰੂਪ ਦੇਖ ਲੈਂਦਾ ਇੱਕ ਵਾਰ। ਨਿਰਮਲ 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 ਤੇਰੀ ਬਾਣੀ, ਹੇ ਵਾਹਿਗੁਰੂ। ਕੋਈ ਕਹਿੰਦਾ ਵੇਦ ਬਾਣੀ ਨਿਰਮਲ ਹੈ, ਕੋਈ ਫਲਾਣੀ ਬਾਣੀ ਨਿਰਮਲ ਹੈ, ਪਰ ਇਹਨਾਂ ਸਾਰੀਆਂ ਬਾਣੀਆਂ ਦੇ ਵਿੱਚੋਂ ਜਿਹੜੀ ਅਸਲ ਦੇ ਵਿੱਚ ਨਿਰਮਲ ਬਾਣੀ ਹੈ ਤੇਰੀ ਬਾਣੀ ਹੈ ਵਾਹਿਗੁਰੂ। ਇਹ ਤੇਰੀ ਜਿਹੜੀ ਗੁਰਬਾਣੀ ਹੈ ਨਾ, ਤੇਰੀ ਇਹ ਬਾਣੀ ਸਾਰੀਆਂ ਬਾਣੀਆਂ ਦੇ ਵਿੱਚੋਂ ਨਿਰਮਲ ਸਰੂਪ ਹੈ, ਜਿਸ ਨੂੰ ਜਪ ਕੇ ਜੋ ਵੀ ਜੋ ਇਸ ਬਾਣੀ ਨੂੰ ਜਪਦਾ ਉਹਦਾ ਹਿਰਦਾ ਵੀ ਨਿਰਮਲ ਹੋ ਜਾਂਦਾ, ਮੈਲ ਤੋਂ ਰਹਿਤ ਹੋ ਜਾਂਦਾ, ਉਹਦੇ ਅੰਦਰ ਵੀ ਕੋਈ ਮੈਲ ਨਹੀਂ ਰਹਿ ਜਾਂਦੀ। ਇਹ ਮਹਾਰਾਜ ਆਪ ਜੀ ਦੀ ਬਾਣੀ ਹੋਈ ਹੈ, ਜਿਹੜੀਆਂ ਸਾਰੀਆਂ ਵੇਦ ਬਾਣੀਆਂ ਆਦਿ ਹੋਰ ਜਿੰਨੀਆਂ ਵੀ ਬਾਣੀਆਂ ਸਭ ਵਿੱਚੋਂ ਨਿਰਮਲ ਬਾਣੀ ਹੈ, ਜਿਸ ਨੂੰ ਜਪ ਜਪ ਕੇ ਹਿਰਦਾ ਨਿਰਮਲ ਹੋ ਜਾਂਦਾ। ਜੋ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਇਸ ਬਾਣੀ ਨੂੰ ਜਪਦਾ ਸੁਣਦਾ, ਉਹਨਾਂ ਦੇ ਹਿਰਦੇ ਦੀ ਮੈਲ ਹੈ ਜਿਹੜੀ ਨਾਸ ਹੋ ਜਾਂਦੀ, ਉਹ ਸ਼ੁੱਧ ਹੋ ਜਾਂਦੇ। ਘਟ ਘਟ ਸੁਣੀ ਸ਼ਰਵਨ ਬਖਿਆਣੀ, ਤੇ ਉਹ ਆਪ ਜੀ ਦੀ ਜਿਹੜੀ ਸੁੰਦਰ ਬਾਣੀ ਹੈ ਨਾ ਮਹਾਰਾਜ, ਉਹ ਘਟਾਂ ਘਟਾਂ ਦੇ ਵਿੱਚ, ਸਰੀਰਾਂ ਸਰੀਰਾਂ ਦੇ ਵਿੱਚ, ਘਟ ਘਟ ਸੁਣੀ ਸ਼ਰਵਨ ਬਖਿਆਣੀ। ਮਹਾਰਾਜ ਘਟਾਂ ਘਟਾਂ ਦੇ ਵਿੱਚ ਸਰਵਣਾਂ ਦੇ ਦੁਆਰਾ, ਕੰਨਾਂ ਦੇ ਦੁਆਰਾ ਤੇਰੀ ਬਖਿਆਨ ਕੀਤੀ ਹੋਈ ਬਾਣੀ ਸੁਣੀ ਜਾਂਦੀ ਹੈ ਮਹਾਰਾਜ। ਸਾਰੇ ਪਾਸੇ ਤੇਰੀ ਬਚਨ ਸੁਣੇ ਜਾਂਦੇ। ਅੱਗੇ ਮਹਾਰਾਜ ਕਹਿੰਦੇ ਹਨ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜਾ ਮਹਾਰਾਜ ਕਹਿਣ ਲੱਗੇ ਮਨ ਦੀ ਪ੍ਰੀਤੀ ਦੇ ਨਾਲ, ਮਨ ਦੇ ਪ੍ਰੇਮ ਦੇ ਨਾਲ। ਇੱਕ ਤਾਂ ਹੁੰਦਾ ਨਾ ਜੀ ਬੱਧਾ ਰੁੱਝੀ ਬਾਣੀ ਪੜ੍ਹਨੀ, ਬੱਧੇ ਰੁੱਝੇ ਜੇ ਸਿਮਰਨ ਕਰਨਾ, ਬੇਵਸ ਜੇ ਹੋਏ ਹੋਏ, ਜੀ ਨਹੀਂ ਕਰਦਾ ਪਰ ਕਰਨਾ ਪੈ ਰਿਹਾ। ਨਹੀਂ, ਜਿਨ੍ਹਾਂ ਨੇ ਮਨ ਦੇ ਪ੍ਰੇਮ ਦੇ ਨਾਲ ਮਹਾਰਾਜ ਆਪ ਜੀ ਦੀ ਬਾਣੀ ਨੂੰ ਜਪਦਾ, ਆਪ ਜੀ ਦੇ ਨਾਮ ਨੂੰ ਜਪਦਾ, ਨਾਮ ਜਪੈ ਨਾਨਕ ਮਨ ਪ੍ਰੀਤ, ਜਿਹੜਾ ਆਪਣੇ ਮਨ ਦੀ ਪ੍ਰੀਤੀ ਦੇ ਨਾਲ ਤੇਰੇ ਨਾਮ ਨੂੰ ਜਪਦਾ ਹੈ, ਮਹਾਰਾਜ ਕਹਿੰਦੇ ਉਹ ਪਵਿੱਤਰ 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 ਪੁਨੀਤ। ਉਹ ਕਹਿੰਦੇ ਪਵਿੱਤਰਾਂ ਦੇ ਵਿੱਚੋਂ ਵੀ ਪੁਨੀਤ ਹੋ ਜਾਂਦਾ। 3 ਵਾਰੀ ਪਵਿੱਤਰ ਹੋਵੇ ਤੇ ਇੱਕ ਪੁਨੀਤ ਬਣਦਾ, ਮਤਲਬ ਪਵਿੱਤਰ ਤੋਂ ਵੀ ਪੁਨੀਤ ਹੈ। ਉਹ ਆਪ ਤਾਂ ਪਵਿੱਤਰ ਹੋ ਹੀ ਜਾਂਦਾ, ਉਹ ਤਾਂ ਆਪ ਨਾਮ ਜਪ ਜਪ ਕੇ ਮਨ ਬਾਣੀ ਸਰੀਰ ਕਰਕੇ ਪਵਿੱਤਰ ਹੋ ਹੀ ਜਾਂਦਾ, ਪਰ ਜਿਹੜਾ ਉਹਨਾਂ ਦੀ ਸੰਗਤ ਮਿਲਦਾ ਨਾ, ਉਹਨਾਂ ਨੂੰ ਵੀ ਉਹ ਪੁਨੀਤ ਕਰ ਦਿੰਦਾ, ਪਵਿੱਤਰ ਕਰ ਦਿੰਦਾ। ਐਸੀ ਤੇਰੀ ਬਾਣੀ ਹੈ, ਤੇਰੇ ਨਾਮ ਦੇ ਵਿੱਚ ਸ਼ਕਤੀ ਹੈ। ਜਿਹੜੇ ਆਪ ਜਪਦੇ ਨੇ ਹੋਰਾਂ ਦੀ ਵੀ ਕਲਿਆਣ ਕਰ ਦਿੰਦੇ ਹੈ, ਜਿਹੜਾ ਵੀ ਉਹਨਾਂ ਦੇ ਸੰਪਰਕ 'ਚ ਆ ਜਾਂਦਾ ਉਹਨਾਂ ਨੂੰ ਪਵਿੱਤਰ ਕਰ ਦਿੰਦੇ ਹੈ। ਇਹ 2 ਪੌੜੀਆਂ ਤੁਸੀਂ ਸੁਣੀਆਂ, ਤੇ ਹੁਣ ਇੱਥੇ ਹੁਣ ਸੁਖਮਨੀ ਸਾਹਿਬ ਦਾ ਮੱਧ ਲੱਗ ਗਿਆ, ਸਮਝ ਲਓ ਤੁਸੀਂ। 12 ਅਸ਼ਟਪਦੀਆਂ ਤੁਸੀਂ ਸੁਣਨੀਆਂ। ਕੱਲ੍ਹ ਨੂੰ ਸੰਤ ਕੀ ਨਿੰਦਾ ਦੀ ਅਸ਼ਟਪਦੀ ਹੈ ਜਿਹੜੀ ਉਹ ਆਰੰਭ ਕਰਾਂਗੇ।
ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।